ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ MK TV ਤੇ ਤੁਹਾਡਾ ਸਭ ਦਾ ਸਵਾਗਤ ਹੈ। ਪਿਆਰੀ ਸਾਧ ਸੰਗਤ ਜੀ, ਸਾਡੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਲੋਕ ਹਮੇਸ਼ਾ ਕਹਿੰਦੇ ਰਹਿੰਦੇ ਨੇ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ, ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ। ਉਹ ਮਹਾਂਪੁਰਖਾਂ ਦੇ ਦੱਸੇ ਹੋਏ ਇਸ ਮੰਤਰ ਦਾ ਜਾਪ ਰੋਜ਼ਾਨਾ ਕਰ ਲਵੋ, ਫਿਰ ਦੇਖਿਓ ਘਰ ਵਿੱਚ ਕਿਵੇਂ ਪੈਸੇ ਦੀ ਬਾਰਿਸ਼ ਹੋਵੇਗੀ ਅਤੇ ਤੁਹਾਡੀਆਂ 21 ਕੁਲਾਂ ਤੱਕ ਵੀ ਬਰਕਤ ਤੁਹਾਡੇ ਘਰ ਚੋਂ ਖਤਮ ਨਹੀਂ ਹੋਵੇਗੀ। ਸਾਧ ਸੰਗਤ ਜੀ, ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ। ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦੱਸਣਾ ਜੀ। ਸਾਧ ਸੰਗਤ ਜੀ, ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ। ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਪਿਆਰੀ ਸਾਧ ਸੰਗਤ ਜੀ, ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ। ਉਹ ਹਰ ਵੇਲੇ ਹੀ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਸੀ। ਉਸਨੇ ਨਗਰ ਵਿੱਚ ਜਿੱਧਰ ਨੂੰ ਵੀ ਜਾਇਆ ਕਰਨਾ, ਜਿਹਦੇ ਨਾਲ ਵੀ ਗੱਲਬਾਤ ਕਰਿਆ ਕਰਨੀ, ਉਸਨੂੰ ਇਹੀ ਕਿਹਾ ਕਰਨਾ ਕਿ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ, ਪਰਮਾਤਮਾ ਮੇਰਾ ਸਾਥ ਨਹੀਂ ਦਿੰਦਾ। ਮੈਂ ਮਿਹਨਤ ਤਾਂ ਬਹੁਤ ਕਰਦਾ ਹਾਂ, ਇਸ ਗੱਲ ਦਾ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਮੈਂ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਹਾਂ, ਪਰ ਮੇਰਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਮੇਰੀ ਤਾਂ ਆਈ ਚਲਾਈ ਹੀ ਮਸਾਂ ਹੁੰਦੀ ਹੈ, ਨਹੀਂ ਤਾਂ ਮੇਰੇ ਦੂਜੇ ਭਰਾ ਨੂੰ ਹੀ ਦੇਖ ਲਓ, ਮੇਰੇ ਰਿਸ਼ਤੇਦਾਰਾਂ ਨੂੰ ਹੀ ਦੇਖ ਲਓ, ਗਲੀ ਮੁਹੱਲੇ ਵਾਲਿਆਂ ਨੂੰ ਹੀ ਦੇਖ ਲਓ। ਉਹਨਾਂ ਦੇ ਕੋਲ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਹੈ। ਮੈਂ ਤੇ ਉਹਨਾਂ ਨਾਲੋਂ ਪਰਮਾਤਮਾ ਦਾ ਨਾਮ ਵੀ ਜ਼ਿਆਦਾ ਜਪਦਾ ਹਾਂ ਅਤੇ ਮਿਹਨਤ ਵੀ ਉਹਨਾਂ ਨਾਲੋਂ ਕਿਤੇ ਵੱਧ ਕਰਦਾ ਹਾਂ। ਸੂਰਜ ਨਿਕਲਣ ਤੋਂ ਪਹਿਲਾਂ ਮੈਂ ਖੇਤਾਂ ਵਿੱਚ ਕੰਮ ਕਰਨ ਲਈ ਚਲਾ ਜਾਂਦਾ ਹਾਂ ਅਤੇ ਸੂਰਜ ਅਸਤ ਹੋਣ ਤੋਂ ਬਾਅਦ ਹੀ ਮੈਂ ਘਰ ਵਾਪਸ ਆਉਂਦਾ ਹਾਂ। ਪਰ ਫਿਰ ਵੀ ਪਤਾ ਨਹੀਂ ਕਿਉਂ ਪਰਮਾਤਮਾ ਮੇਰੇ ਨਾਲ ਇਹੋ ਜਿਹਾ ਵਿਤਕਰਾ ਕਰ ਰਿਹਾ ਹੈ। ਪਤਾ ਨਹੀਂ ਕਿਉਂ ਮੇਰੀ ਮਿਹਨਤ ਦਾ ਮੁੱਲ ਨਹੀਂ ਪੈਂਦਾ। ਉਸ ਨੇ ਹਰੇਕ ਨੂੰ ਇਹੋ ਦੁੱਖ ਸੁਣਾਉਂਦੇ ਰਿਹਾ ਕਰਨਾ। ਕੁਝ ਲੋਕਾਂ ਨੇ ਤਾਂ ਉਸ ਦੀ ਗੱਲ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿਆ ਕਰਨੀ ਅਤੇ ਕੁਝ ਲੋਕਾਂ ਨੇ ਉਸਨੂੰ ਕੋਈ ਨਾ ਕੋਈ ਸਲਾਹ ਦੇ ਦਿਆ ਕਰਨੀ, ਪਰ ਉਸ ਦੀ ਸਮੱਸਿਆ ਉਵੇਂ ਦੀ ਉਵੇਂ ਹੀ ਰਹਿੰਦੀ ਸੀ। ਜੇ ਉਹ ਕਿਸੇ ਰਿਸ਼ਤੇਦਾਰ ਕੋਲ ਚਲਾ ਜਾਂਦਾ ਤਾਂ ਉੱਥੇ ਜਾ ਕੇ ਵੀ ਇਹੀ ਦੁੱਖ ਸੁਣਾਉਂਦਾ ਰਹਿੰਦਾ ਸੀ ਕਿ ਮੇਰੀ ਮਿਹਨਤ ਦਾ ਕੋਈ ਵੀ ਮੁੱਲ ਨਹੀਂ ਪੈਂਦਾ। ਪਤਾ ਨਹੀਂ ਰੱਬ ਮੇਰੇ ਨਾਲ ਹੀ ਭੇਦਭਾਵ ਕਿਉਂ ਕਰ ਰਿਹਾ ਹੈ। ਇੱਕ ਵਾਰ ਇੱਕ ਸੰਤ ਫਕੀਰ ਉਸ ਨਗਰ ਵਿੱਚ ਆਏ। ਉਹ ਕੁਟੀਆ ਦੇ ਵਿੱਚ ਰਿਹਾ ਕਰਦੇ ਸਨ। ਇਸ ਨਗਰ ਵਿੱਚ ਹੀ ਉਹ ਉਹਨਾਂ ਦੀ ਕੁਟੀਆ ਸੀ। ਉਸ ਦੇ ਨਾਲ ਲੱਗਦੀ ਸਾਰੀ ਜ਼ਮੀਨ ਵੀ ਕੁਟੀਆ ਦੀ ਹੀ ਸੀ। ਜਦੋਂ ਸੰਤ ਫਕੀਰ ਉਸ ਕੁਟੀਆ ਵਿੱਚ 2, 4 ਜਾਂ 6 ਮਹੀਨੇ ਰਹਿਣ ਲਈ ਆਇਆ ਕਰਦੇ ਸਨ ਤਾਂ ਉਹ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ ਕਰਦੇ ਸਨ। ਸਾਰੇ ਹੀ ਨਗਰ ਦੇ ਲੋਕ ਉਹਨਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ ਅਤੇ ਰੋਜ਼ ਸ਼ਾਮ ਵੇਲੇ ਉਸ ਸੰਤ ਦੀ ਕਥਾ ਵਿਚਾਰ ਸੁਣਨ ਲਈ ਜਾਇਆ ਕਰਦੇ ਸੀ। ਇੱਕ ਦਿਨ ਜਦੋਂ ਉਹ ਕਿਸਾਨ ਅੱਕਿਆ ਥੱਕਿਆ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸਨੂੰ ਕੋਈ ਗੱਲਾਂ ਵਾਲਾ ਮਿਲ ਗਿਆ। ਉਹ ਉਸ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ। ਉਹ ਕਿਸਾਨ ਉਸ ਮਨੁੱਖ ਨੂੰ ਵੀ ਆਪਣੀ ਦੁੱਖਾਂ ਦੀ ਕਹਾਣੀ ਸੁਣਾਉਣ ਲੱਗ ਪਿਆ। ਹੁਣ ਉਹ ਬੰਦਾ ਉਸ ਕਿਸਾਨ ਨੂੰ ਕਹਿੰਦਾ ਕਿ ਆਪਣੇ ਨਗਰ ਦੇ ਵਿੱਚ ਸੰਤ ਜੀ
ਫਿਰ ਆਏ ਨੇ। ਉਹ ਆਪਣੀ ਕੁਟੀਆ ਦੇ ਵਿੱਚ ਠਹਿਰੇ ਨੇ। ਉਹ ਲੋਕਾਂ ਦੇ ਸਵਾਲ ਵੀ ਸੁਣਦੇ ਨੇ ਤੇ ਜਵਾਬ ਵੀ ਦਿੰਦੇ ਨੇ, ਦੁਖੀਆਂ ਦੇ ਦੁੱਖ ਵੀ ਸੁਣਦੇ ਨੇ ਅਤੇ ਉਹਨਾਂ ਦਾ ਹੱਲ ਵੀ ਕਰ ਦਿੰਦੇ ਨੇ। ਤੂੰ ਵੀ ਉਹਨਾਂ ਕੋਲ ਜਾ ਕੇ ਦੇਖ। ਉਸ ਕਿਸਾਨ ਦੇ ਮਨ ਵਿੱਚ ਇੱਕ ਆਸ ਜਿਹੀ ਜਾਗ ਗਈ ਕਿ ਸ਼ਾਇਦ ਹੁਣ ਮੇਰੀ ਸਮੱਸਿਆ ਦਾ ਹੱਲ ਹੋ ਜਾਵੇਗਾ। ਸ਼ਾਮ ਦੇ ਵੇਲੇ ਉਹ ਸੰਤ ਜੀ ਕੋਲ ਗਿਆ ਤਾਂ ਉਹਨਾਂ ਨੇ ਕਿਹਾ, ਤੂੰ ਸਵੇਰੇ ਆਈ ਮੇਰੇ ਕੋਲ। ਜਦੋਂ ਮੇਰੇ ਕੋਲ ਕੋਈ ਨਾ ਹੋਵੇਗਾ, ਆਪਾਂ ਇਕੱਲੇ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਅਤੇ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ। ਅਗਲੇ ਦਿਨ ਸਵੇਰੇ ਜਦੋਂ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਪਰਤ ਗਏ ਤਾਂ ਉਹ ਕਿਸਾਨ ਸੰਤ ਜੀ ਦੇ ਗੋਡੇ ਦੇ ਕੋਲ ਜਾ ਕੇ ਬੈਠ ਕੇ ਆਪਣੀ ਸਾਰੀ ਸਮੱਸਿਆ ਉਹਨਾਂ ਨੂੰ ਦੱਸਦਾ ਹੈ। ਉਹਨਾਂ ਨੇ ਉਸ ਦੀ ਸਾਰੀ ਸਮੱਸਿਆ ਸੁਣ ਲਈ ਅਤੇ ਉਸ ਨੂੰ ਕਿਹਾ ਕਿ ਦੇਖ ਭਾਈ, ਤੈਨੂੰ ਪਤਾ ਹੈ ਕਿ ਸਾਡੀ ਕੁਟੀਆ ਦੇ ਨਾਲ ਨਾਲ ਸਾਡੀ ਕੁਟੀਆ ਦੀ ਹੀ ਜ਼ਮੀਨ ਪਈ ਹੈ। ਇਸ ਤਰ੍ਹਾਂ ਕਰ, ਤੂੰ ਕੱਲ੍ਹ ਤੋਂ ਇੱਥੇ ਆ ਜਾਇਆ ਕਰ। ਜਿੰਨਾ ਸਮਾਂ ਤੂੰ ਆਪਣੇ ਖੇਤਾਂ ਵਿੱਚ ਬਿਤਾਉਂਦਾ ਹੈ, ਓਨਾ ਹੀ ਸਮਾਂ ਤੂੰ ਇੱਥੇ ਬਿਤਾਇਆ ਕਰ ਅਤੇ ਉਸੇ ਸਮੇਂ ਹੀ ਆਪਣੇ ਘਰ ਵਾਪਸ ਪਰਤਿਆ ਕਰ ਜਿਸ ਸਮੇਂ ਤੂੰ ਆਪਣੇ ਖੇਤਾਂ ਵਿੱਚੋਂ ਵਾਪਸ ਪਰਤਦਾ ਹੈ। ਅਤੇ ਤੂੰ ਇੱਥੇ ਕਰਨਾ ਕੀ ਹੈ? ਤੂੰ ਇੱਥੇ ਸਬਜ਼ੀਆਂ ਲਗਾ ਦੇ। ਸਾਡੇ ਕੋਲ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ। ਇੱਥੇ ਸਬਜ਼ੀਆਂ ਦੀ ਬਹੁਤ ਲੋੜ ਰਹਿੰਦੀ ਹੈ। ਉਹਨਾਂ ਲਈ ਸਬਜ਼ੀਆਂ ਦੀ ਸੌਖ ਹੋ ਜਾਵੇਗੀ। ਸਬਜ਼ੀਆਂ ਦੇ ਬੀਜ ਬੀਜ ਦੇ। ਉਹ ਕਿਸਾਨ ਕਹਿੰਦਾ ਕਿ ਠੀਕ ਹੈ। ਸੰਤ ਜੀ ਨੇ ਇਹ ਵੀ ਕਿਹਾ ਕਿ 1-2 ਦਿਨ ਹੀ ਨਹੀਂ, ਤੈਨੂੰ ਹਫ਼ਤਾ ਭਰ ਆਉਣਾ ਪਵੇਗਾ। ਇਹ ਸੇਵਾ ਤੈਨੂੰ 1 ਹਫ਼ਤਾ ਨਿਭਾਉਣੀ ਪਵੇਗੀ। ਉਹ ਕਿਸਾਨ ਕਹਿੰਦਾ ਕਿ ਮੈਨੂੰ ਇਹ ਮਨਜ਼ੂਰ ਹੈ। ਬਸ ਮੇਰੇ ਖੇਤਾਂ ਦੇ ਵਿੱਚ ਮੇਰੀ ਫਸਲ ਦਾ ਝਾੜ ਚੰਗਾ ਹੋਣਾ ਚਾਹੀਦਾ ਹੈ। ਮੈਨੂੰ ਫਸਲ ਵਿੱਚੋਂ ਮੁਨਾਫਾ ਹੋਣਾ ਚਾਹੀਦਾ ਹੈ ਤਾਂ ਜੋ ਮੇਰਾ ਗੁਜ਼ਾਰਾ ਵੀ ਵਧੀਆ ਹੋ ਸਕੇ। ਉਹ ਫਕੀਰ ਜੀ ਕਹਿੰਦੇ ਕਿ ਕੋਈ ਗੱਲ ਨਹੀਂ, ਤੂੰ ਸਾਡੇ ਕੋਲ ਆਇਆ ਹੈ, ਪਰਮਾਤਮਾ ਤੇਰੇ 'ਤੇ ਕਿਰਪਾ ਕਰਨਗੇ। ਤੇਰੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਸਮਾਧਾਨ ਹੋ ਜਾਵੇਗਾ। ਅਗਲੇ ਦਿਨ ਤੋਂ ਉਸਨੇ ਉੱਥੇ ਆਉਣਾ ਸ਼ੁਰੂ ਕਰ ਦਿੱਤਾ। ਕੁਟੀਆ ਦੇ ਬਿਲਕੁਲ ਸਾਹਮਣੇ ਹੀ ਜ਼ਮੀਨ ਸੀ। ਉਹ ਸਵੇਰ ਦਾ ਆਇਆ ਹੋਇਆ ਸ਼ਾਮ ਨੂੰ ਘਰ ਵਾਪਸ ਜਾਣ ਲੱਗਾ। ਜਦੋਂ ਉਹ ਘਰ ਵਾਪਸ ਜਾਣ ਲੱਗਾ ਤਾਂ ਫਕੀਰ ਜੀ ਨੇ ਜਾ ਕੇ ਦੇਖਿਆ ਕਿ ਕੀ ਇਸਨੇ ਸਾਰੇ ਦਿਨ ਵਿੱਚ ਕੀ ਕੰਮਕਾਰ ਕੀਤਾ ਹੈ। ਸਾਰਾ ਦਿਨ ਫਕੀਰ ਜੀ ਨੇ ਉਸ ਨੂੰ ਦੇਖਿਆ ਸੀ ਕਿ ਉਹ ਕੰਮ ਘੱਟ ਕਰਦਾ ਹੈ ਤੇ ਗੱਲਾਂ ਜ਼ਿਆਦਾ ਕਰਦਾ ਹੈ। ਜਦੋਂ ਵੀ ਕੋਈ ਆ ਜਾਂਦਾ ਹੈ ਤਾਂ ਉਹ ਕਿੰਨਾ ਚਿਰ ਉਹਨਾਂ ਨਾਲ ਗੱਲਾਂ ਕਰਨ ਵਿੱਚ ਵਿਅਰਥ ਹੀ ਗਵਾਉਂਦਾ ਰਹਿੰਦਾ ਸੀ। ਆਪਣੇ ਦੁੱਖੜੇ ਰੋਂਦਾ ਰਹਿੰਦਾ ਹੈ ਅਤੇ ਪਰਮਾਤਮਾ ਨਾਲ ਸ਼ਿਕਵੇ ਕਰਨ ਲੱਗਦਾ ਹੈ। ਇਸੇ ਹੀ ਤਰ੍ਹਾਂ ਉਹ 1 ਹਫ਼ਤਾ ਉੱਥੇ ਆਉਂਦਾ ਰਿਹਾ ਅਤੇ ਫਕੀਰ ਜੀ ਨੇ ਉਸ ਦੀ ਕੱਲੀ ਆਦਤ ਨੂੰ ਇਹਨਾਂ 7 ਦਿਨਾਂ ਦੇ ਵਿੱਚ ਪਹਿਚਾਣ ਲਿਆ। ਫਕੀਰ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਇਨਸਾਨ ਗੱਲਾਂ ਵਿੱਚ ਜ਼ਿਆਦਾ ਯਕੀਨ ਰੱਖਦਾ ਹੈ ਤੇ ਹੱਥੀਂ ਮਿਹਨਤ ਕਰਨ ਵਿੱਚ ਘੱਟ, ਕੰਮ ਕਰਨ ਨਾਲੋਂ ਗੱਲਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ। ਜਦੋਂ ਉਹ ਕਿਸਾਨ 7 ਦਿਨਾਂ ਬਾਅਦ ਫਕੀਰ ਜੀ ਕੋਲ ਆਇਆ ਅਤੇ ਕਹਿਣ ਲੱਗਾ ਕਿ ਫਕੀਰ ਜੀ ਹੁਣ ਮੈਨੂੰ ਅੰਤਰ ਦੱਸੋ, ਤਾਂ ਫਕੀਰ ਜੀ ਨੇ ਉਸ ਦੇ ਕੰਮ ਕਰਨ ਦਾ ਤਰੀਕਾ ਦੇਖਿਆ ਹੋਇਆ ਸੀ, ਸਮਝਿਆ ਹੋਇਆ ਸੀ ਅਤੇ ਸੋਚ ਕੇ ਬੈਠੇ ਸਨ ਕਿ ਇਸ ਨੂੰ ਕੰਮ 'ਤੇ ਕਿਵੇਂ ਲਗਾਉਣਾ ਹੈ। ਫਕੀਰ ਜੀ ਨੇ ਕਿਹਾ, ਭਾਈ, ਮੈਂ ਤੈਨੂੰ ਕੰਮ ਕਰਦੇ ਹੋਏ ਦੇਖਿਆ ਹੈ। ਤੂੰ ਮਿਹਨਤ ਬਹੁਤ ਹੀ ਜ਼ਿਆਦਾ ਕਰਦਾ ਹੈ। ਤੂੰ ਸਵੇਰ ਤੋਂ ਕੰਮ ਵਿੱਚ ਲੱਗਾ ਰਹਿੰਦਾ ਹੈ ਤੇ ਸ਼ਾਮ ਨੂੰ ਹਟਦਾ ਹੈ।
ਮੈਨੂੰ ਨਹੀਂ ਲੱਗਦਾ ਕਿ ਇਸ ਸਾਰੇ ਨਗਰ ਵਿੱਚ ਤੇਰੇ ਜਿੰਨੀ ਮਿਹਨਤ ਕੋਈ ਕਰਦਾ ਹੋਵੇਗਾ। ਸੋ ਇਸ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਪਰਮਾਤਮਾ ਇੰਨੀ ਵੱਧ ਮਿਹਨਤ ਕਰਨ ਵਾਲਿਆਂ 'ਤੇ ਵੀ ਖੁਸ਼ ਨਹੀਂ ਹੁੰਦਾ। ਤੂੰ ਕੀ ਕਰ ਕਿ ਆਪਣੀ ਮਿਹਨਤ ਵਿੱਚ ਥੋੜ੍ਹੀ ਜਿਹੀ ਕਮੀ ਲੈ ਕੇ ਆ। ਉਹ ਕਿਸਾਨ ਇਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਸੰਤ ਜੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਲੋਕ ਤਾਂ ਕਹਿੰਦੇ ਨੇ ਕਿ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਮਿਹਨਤ ਕਰੋ। ਵੱਧ ਤੋਂ ਵੱਧ ਮਿਹਨਤ ਕਰੋਗੇ ਤਾਂ ਹੀ ਚੰਗੇ ਪੈਸੇ ਕਮਾ ਪਾਓਗੇ। ਪਰ ਫਕੀਰ ਜੀ ਮੈਨੂੰ ਘੱਟ ਮਿਹਨਤ ਕਰਨ ਲਈ ਕਹਿ ਰਹੇ ਨੇ। ਉਸਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਫਕੀਰ ਜੀ, ਮੈਨੂੰ ਤੁਹਾਡੀ ਗੱਲ ਗੁੰਝਲਦਾਰ ਲੱਗ ਰਹੀ ਹੈ। ਮੈਨੂੰ ਸਮਝ ਨਹੀਂ ਆਈ। ਮੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਦੱਸੋ ਕਿ ਤੁਸੀਂ ਚਾਹੁੰਦੇ ਕੀ ਹੋ ਕਿ ਮੈਂ ਕਿਸ ਤਰ੍ਹਾਂ ਕੰਮ ਕਰਾਂ। ਫਕੀਰ ਜੀ ਕਹਿੰਦੇ ਕਿ ਭਾਈ, ਮੈਂ ਤੈਨੂੰ ਕੰਮ ਕਰਦੇ ਹੋਏ ਦੇਖਿਆ ਹੈ। ਇਸ ਤਰੀਕੇ ਨਾਲ ਇਨਸਾਨ ਥੱਕ ਜਾਂਦਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਸਵੇਰ ਦੇ ਵੇਲੇ 2.5-3 ਘੰਟੇ ਕੰਮ ਕਰੇ। ਜਦੋਂ ਸੂਰਜ ਚੜ੍ਹਦਾ ਹੈ, ਉਸ ਤੋਂ ਪਹਿਲਾਂ ਹੀ ਤੂੰ ਖੇਤਾਂ ਦੇ ਵਿੱਚ ਚਲਾ ਜਾਇਆ ਕਰ। ਜ਼ਿਆਦਾ ਸਮਾਂ ਕੰਮ ਨਹੀਂ ਕਰਨਾ, ਬਸ 2.5 ਘੰਟੇ ਹੀ ਕੰਮ ਕਰਿਆ ਕਰ। ਅਤੇ ਸ਼ਾਮ ਨੂੰ ਜਦੋਂ ਸੂਰਜ ਅਸਤ ਹੁੰਦਾ ਹੈ, ਉਦੋਂ 2 ਘੰਟੇ ਪਹਿਲਾਂ ਖੇਤ ਚਲਿਆ ਜਾਇਆ ਕਰ ਅਤੇ 3 ਘੰਟੇ ਕੰਮ ਕਰਿਆ ਕਰ। ਉਸ ਵੇਲੇ ਮੌਸਮ ਵੀ ਠੰਡਾ ਹੁੰਦਾ ਹੈ। ਕੰਮ ਤੂੰ ਇਸ ਤੋਂ ਜ਼ਿਆਦਾ ਨਹੀਂ ਕਰਨਾ। ਤੇ ਇੱਕ ਗੱਲ ਦਾ ਧਿਆਨ ਰੱਖੀਂ, ਉਹਨਾਂ 2-2.5 ਘੰਟਿਆਂ ਦੇ ਵਿੱਚ ਤੂੰ ਕੰਮ ਕਰਦਿਆਂ ਹੋਇਆਂ ਸਿਰਫ ਪਰਮਾਤਮਾ ਦਾ ਨਾਮ ਹੀ ਜਪਣਾ ਹੈ। ਕਿਸੇ ਨਾਲ ਵੀ ਗੱਲਬਾਤ ਨਹੀਂ ਕਰਨੀ। ਪਰਮਾਤਮਾ ਦਾ ਨਾਮ ਜਪਦੇ ਹੋਏ ਹੀ ਖੇਤਾਂ ਵਿੱਚ ਕੰਮ ਕਰਨਾ ਹੈ। ਦਿਨ ਵਿੱਚ ਸਿਰਫ 5 ਘੰਟੇ ਹੀ ਕੰਮ ਕਰਨਾ ਹੈ। ਬਾਕੀ ਸਮਾਂ ਤੂੰ ਜਿੱਥੇ ਮਰਜ਼ੀ ਬਿਤਾਈਂ। ਆਪਣੇ ਪਰਿਵਾਰ ਕੋਲ ਬੈਠੀਂ ਜਾਂ ਫਿਰ ਕਿਤੇ ਰਿਸ਼ਤੇਦਾਰਾਂ ਕੋਲ ਜਾਣਾ ਹੋਵੇ, ਉੱਥੇ ਜਾ ਕੇ ਵੀ ਤੂੰ ਸਮਾਂ ਬਿਤਾ ਸਕਦਾ ਹੈ। ਦੋਸਤਾਂ ਮਿੱਤਰਾਂ ਨਾਲ ਸਮਾਂ ਬਤੀਤ ਕਰੀਂ। ਜਿਹੜੀਆਂ ਗੱਲਾਂ ਤੂੰ ਕਰਨੀਆਂ ਨੇ ਉਸ ਸਮੇਂ ਕਰ ਲਿਆ ਕਰੀਂ। ਪਰ 5 ਘੰਟੇ ਨੀਅਤ ਨਾਲ ਆਪਣੇ ਖੇਤਾਂ ਵਿੱਚ ਕੰਮ ਕਰ ਲਿਆ ਕਰੀਂ ਅਤੇ ਕੰਮ ਕਰਦੇ ਸਮੇਂ ਸਿਰਫ ਪਰਮਾਤਮਾ ਦਾ ਨਾਮ ਹੀ ਜਪਣਾ ਹੈ। ਕਿਸੇ ਹੋਰ ਪਾਸੇ ਧਿਆਨ ਨਹੀਂ ਕਰਨਾ। ਜਦੋਂ ਤੂੰ ਪਰਮਾਤਮਾ ਦਾ ਨਾਮ ਜਪਦੇ ਹੋਏ ਆਪਣੇ ਖੇਤਾਂ ਵਿੱਚ ਕੰਮ ਕਰੇਂਗਾ ਤਾਂ ਤੇਰੀ ਕਮਾਈ ਵਿੱਚ ਵਾਧਾ ਆਪਣੇ ਆਪ ਹੋ ਜਾਵੇਗਾ। ਉਹ ਕਿਸਾਨ ਕਹਿੰਦਾ ਕਿ ਇੰਨਾ ਘੱਟ ਕੰਮ ਕਰਨ ਨੂੰ ਮੈਂ ਤਿਆਰ ਤਾਂ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਵੇਂ ਹੀ ਕਰਾਂਗਾ। ਤੇਰੀ ਇਸ ਫਸਲ ਦੇ ਪੱਕਣ ਤੱਕ 4-6 ਮਹੀਨੇ ਤੂੰ ਇਵੇਂ ਹੀ ਕੰਮ ਕਰਕੇ ਦੇਖ। ਤੇਰੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਉਸਨੇ ਉਹ ਫਸਲ ਦੇ ਪੱਕਣ ਤੱਕ 4-6 ਮਹੀਨੇ ਤੱਕ ਉਵੇਂ ਹੀ ਕੰਮ ਕੀਤਾ। ਕਮਾਈ ਵਿੱਚ ਆਪੇ ਬਰਕਤ ਪੈਣ ਲੱਗ ਗਈ। ਪਹਿਲਾਂ ਸਾਰਾ ਦਿਨ ਖੇਤਾਂ ਵਿੱਚ ਬੈਠਾ ਰਹਿੰਦਾ ਸੀ ਜਾਂ ਆਉਂਦੇ ਜਾਂਦਿਆਂ ਨਾਲ ਗੱਲਾਂ ਕਰਕੇ ਸਮਾਂ ਨਸ਼ਟ ਕਰ ਲੈਂਦਾ ਸੀ। ਸ਼ਾਇਦ 1 ਘੰਟਾ ਵੀ ਕੰਮ ਨਾ ਕਰਦਾ ਹੋਵੇ। ਪਰ ਹੁਣ ਜਿਵੇਂ ਫਕੀਰ ਜੀ ਨੇ ਉਸਨੂੰ ਦੱਸਿਆ, ਉਸ ਤਰੀਕੇ ਨਾਲ ਉਸਦੀ ਮਿਹਨਤ ਨੂੰ ਬੂਰ ਪੈਣ ਲੱਗ ਪਿਆ। ਜਦੋਂ ਉਹ ਲੋਕਾਂ ਨਾਲ ਗੱਲਾਂ ਕਰਨੋਂ ਹਟ ਗਿਆ ਤਾਂ ਉਸਦਾ ਰਾਬਤਾ ਲੋਕਾਂ ਨਾਲ ਵੈਸੇ ਵੀ ਘਟ ਗਿਆ। ਹੁਣ ਉਸਨੂੰ ਆਪਣਾ ਕੰਮ ਕਰਕੇ ਹੀ ਆਨੰਦ ਆਉਣ ਲੱਗ ਗਿਆ ਅਤੇ ਉਸਦੀ ਫਸਲ ਇਸ ਵਾਰ 2 ਗੁਣਾ ਵੱਧ ਨਿਕਲੀ। ਹੁਣ ਉਹ ਫਕੀਰ ਜੀ ਕੋਲ ਜਾ ਕੇ ਕਹਿੰਦਾ, ਫਕੀਰ ਜੀ, ਤੁਹਾਡੇ ਦੱਸੇ ਹੋਏ ਮੰਤਰ ਨਾਲ ਕੰਮ ਕਰਨ ਨਾਲ ਤਾਂ ਕਮਾਲ ਹੀ ਹੋ ਗਈ। ਮੇਰੀ ਕਮਾਈ ਵਿੱਚ ਵਾਧਾ ਹੋਣ ਲੱਗ ਗਿਆ ਹੈ। ਮੇਰੀ ਤਾਂ ਸਾਰੀ ਜ਼ਿੰਦਗੀ ਸਫਲ ਹੋ ਗਈ ਹੈ। ਫਕੀਰ ਜੀ ਨੇ ਉਸਨੂੰ ਕੋਲ ਬਿਠਾ ਕੇ ਕਿਹਾ, ਮੈਂ ਕੁਝ ਨਹੀਂ ਕੀਤਾ, ਸਾਰਾ ਕੁਝ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ। ਹੁਣ ਜਦੋਂ ਤੇਰੇ ਹੱਥ ਕੰਮ ਕਰਨ ਲੱਗ ਪਏ ਨੇ ਤਾਂ ਤੇਰਾ ਦਿਮਾਗ ਵੀ ਇਸੇ ਪਾਸੇ ਹੀ ਹੈ।
ਇਸ ਕਰਕੇ ਤੇਰਾ ਸਾਰਾ ਧਿਆਨ ਤੇਰੇ ਕੰਮ ਵਿੱਚ ਹੈ, ਗੱਲਾਂ ਵੱਲ ਤੇਰਾ ਧਿਆਨ ਨਹੀਂ ਹੈ। ਪਰ ਜਦੋਂ ਸਾਡਾ ਦਿਮਾਗ ਗੱਲਾਂ ਵੱਲ ਹੁੰਦਾ ਹੈ ਅਤੇ ਸਾਡੇ ਹੱਥ ਕੰਮ ਕਰ ਰਹੇ ਹੁੰਦੇ ਨੇ, ਉਦੋਂ ਅਸੀਂ ਆਪਣਾ ਕੰਮ ਪੂਰੇ ਧਿਆਨ ਨਾਲ ਨਹੀਂ ਕਰ ਪਾਉਂਦੇ ਅਤੇ ਆਪਣੀ ਊਰਜਾ ਐਵੇਂ ਵਿਅਰਥ ਹੀ ਗਵਾ ਲੈਂਦੇ ਹਾਂ। ਸਾਧ ਸੰਗਤ ਜੀ, ਜੇ ਇਸੇ ਹੀ ਪ੍ਰਕਾਰ ਅਸੀਂ ਆਪਣਾ ਕੰਮ ਕਰੀਏ ਤਾਂ ਸਾਡੀ ਕਮਾਈ ਵਿੱਚ ਵੀ ਵਾਧਾ ਆਪਣੇ ਆਪ ਹੋਣ ਲੱਗ ਪਵੇਗਾ। ਕੰਮ ਚਾਹੇ ਤੁਸੀਂ ਘੱਟ ਹੀ ਕਰੋ, ਪਰ ਪੂਰਾ ਮਨ ਲਗਾ ਕੇ ਆਪਣੇ ਕੰਮ ਨੂੰ ਪੂਰਾ ਕਰੋ ਅਤੇ ਕੰਮ ਕਰਦੇ ਸਮੇਂ ਪਰਮਾਤਮਾ ਦਾ ਨਾਮ ਜ਼ਰੂਰ ਜਪਿਆ ਕਰੋ। ਤੁਹਾਡੀਆਂ ਪੈਸੇ ਪ੍ਰਤੀ ਸਾਰੀਆਂ ਹੀ ਮੁਸ਼ਕਲਾਂ ਹੱਲ ਹੋ ਜਾਣਗੀਆਂ। ਤੁਹਾਡੇ ਘਰ ਵਿੱਚ ਬਰਕਤਾਂ ਆਪ ਚੱਲ ਕੇ ਆਉਣਗੀਆਂ। ਸਾਧ ਸੰਗਤ ਜੀ, ਜੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।